Hello dear students, welcome back to my YouTube channel. So let's discuss next topic of unit 8, that is thermodynamics. और बच्चे important topic है Carnot heat engine. So Carnot heat engine की है, दी working की है, principle etc. So सारा कुछ बच्चे ਅਸੀਂ इस वीडियो ਦੇ ਵਿੱਚ डिस्कस करांगे. Important question है, but इस तो ज़्यादा important बच्चे heat engine ज़्यादा important है. Carnot heat engine ਜਿਹੜਾ ਹੈ ਉਹਦੇ ਨਾਲੋਂ ਥੋੜਾ ਜਿਹਾ ਘੱਟ ਇੰਪੋਰਟੈਂਟ ਆ ਅਗਰ ਤੁਹਾਨੂੰ ਹੀਟ ਇੰਜਨ ਕਲੀਅਰ ਹੋ ਗਿਆ ਤਾਂ ਬੱਚੇ Carnot heat engine ਬਹੁਤ ਈਜ਼ੀਲੀ ਜਿਹੜਾ ਤੁਹਾਨੂੰ ਸਮਝ ਲੱਗ ਜਾਏਗਾ ਸੋ ਚਲੋ ਬੱਚੇ ਸਟਾਰਟ ਕਰਦੇ ਹਾਂ ਵਿਦ ਡੈਫੀਨੇਸ਼ਨ The heat engine is a device which converts heat energy into the mechanical energy. So heat engine ਕੀ ਚੀਜ਼ ਆ ਜਿਹੜਾ ਬੱਚੇ ਕਨਵਰਟ ਕਰਦਾ ਆ ਹੀਟ એનર્ਜੀ ਨੂੰ ਮਕੈਨੀਕਲ એનર્ਜੀ ਦੇ ਵਿੱਚ ਜਿੱਦਾਂ ਬੱਚੇ ਅਸੀਂ ਟ੍ਰੇਨ ਦੀ ਐਗਜ਼ਾਮਪਲ ਲਿੱਤੀ ਸੀ ਅਸੀਂ ਉਹਦੇ ਵਿੱਚ ਕੋਲਾ ਪਾਉਂਦੇ ਆ ਹੀਟ ਪ੍ਰੋਡਿਊਸ ਕਰਦੇ ਆ ਹੀਟ ਤੋਂ ਜਿਹੜਾ ਮਕੈਨੀਕਲ ਵਰਕ ਮਤਲਬ ਕਿ ਤੁਹਾਡੀ ਟ੍ਰੇਨ ਚੱਲਦੀ ਆ ਨੈਕਸਟ ਆ ਜਾਓ Carnot's design an ideal cycle ਹੁਣ Carnot ਨੇ ਇੱਕ ਆਈਡੀਅਲ ਸਾਈਕਲ ਜਿਹੜਾ ਆ ਉਹ ਡਿਜ਼ਾਈਨ ਕੀਤਾ ਆਫ ਆਪਰੇਟਿੰਗ ਵਿਚ ਇਜ਼ ਕਾਲਡ ਐਜ਼ Carnot ਸਾਈਕਲ ਸੋ Carnot ਨਾਮ ਦੇ ਇੱਕ ਬੱਚੇ ਸਾਇੰਟਿਸਟ ਸੀ ਜਿਨ੍ਹਾਂ ਨੇ ਇੱਕ ਆਈਡੀਅਲ ਸਾਈਕਲ ਜਿਹੜਾ ਆ ਡਿਜ਼ਾਈਨ ਕੀਤਾ ਗਿਆ ਆਪਰੇਟ ਕੀਤਾ ਗਿਆ ਉਸ ਪੂਰੇ ਪ੍ਰੋਸੈਸ ਨੂੰ ਅਸੀਂ Carnot ਸਾਈਕਲ ਬੋਲ ਦਿੰਦੇ ਆ ਐਂਡ ਹੀਟ ਇੰਜਨ ਬੇਸਡ ਔਨ ਦਿਸ Carnot cycle is called Carnot heat engine ਸੋ ਜਿਹੜਾ ਅਸੀਂ ਹੀਟ ਇੰਜਨ ਇਹਦੇ ਵਿੱਚ ਯੂਜ਼ ਕਰਦੇ ਹਾਂ Carnot ਨੇ ਬੱਚੇ ਇੱਕ ਕੀ ਕੀਤਾ Carnot ਨਾਮ ਦਾ ਇੱਕ ਸਾਇੰਟਿਸਟ ਸੀ ਜਿਨ੍ਹਾਂ ਨੇ ਕੀ ਕੀਤਾ ਇੱਕ ਸਾਈਕਲ ਨੂੰ ਆਪਰੇਟ ਕੀਤਾ ਉਸ ਸਾਈਕਲ ਨੂੰ ਕਿਹੜਾ ਸਾਈਕਲ ਸੀ ਹੀਟ ਇੰਜਨ ਸੀ ਹੀਟ ਇੰਜਨ ਨੂੰ ਪ੍ਰੋਪਰ ਆਪਰੇਟ ਕੀਤਾ ਸੋ ਪ੍ਰੋਪਰ ਉਸ ਪ੍ਰੋਸੀਜਰ ਨੂੰ Carnot ਹੀਟ ਇੰਜਨ ਦਾ ਨਾਮ ਦੇ ਦਿੱਤਾ ਗਿਆ ਸੋ ਉਹਨਾਂ ਨੇ ਬੇਸਿਕਲੀ ਇਹਦੇ ਵਿੱਚ 5 ਚੀਜ਼ਾਂ ਯੂਜ਼ ਕੀਤੀਆਂ ਠੀਕ ਹੈ 5 ਚੀਜ਼ਾਂ ਯੂਜ਼ ਕੀਤੀਆਂ ਤੁਸੀਂ ਡਾਇਗਰਾਮ ਚੈੱਕ ਕਰ ਸਕਦੇ ਆ ਸਭ ਤੋਂ ਪਹਿਲਾਂ ਕੀ ਲਿੱਤਾ ਇੱਕ ਸਟੈਂਡ ਸੋ ਧਿਆਨ ਨਾਲ ਬੱਚੇ ਡਾਇਗਰਾਮ ਚੈੱਕ ਕਰੋ ਇੱਕ ਕੀ ਲਿੱਤਾ ਸਟੈਂਡ ਸਟੈਂਡ ਜਿਹੜਾ ਸੀ ਉਹ ਇਨਸੂਲੇਟਿੰਗ ਸਟੈਂਡ ਸੀ ਇਹਦਾ ਮਤਲਬ ਬੱਚੇ ਆ ਜੋ ਲਾਈਨਸ ਆ ਇਹ ਸ਼ੋ ਕਰ ਰਹੀਆਂ ਕਿ ਹੀਟ ਨਾ ਤਾਂ ਐਬਜ਼ੌਰਬ ਕਰ ਰਹੀ ਨਾ ਹੀਟ ਗੇਨ ਕਰ ਰਿਹਾ ਸੋ ਕੁਝ ਨਹੀਂ ਹੋ ਰਿਹਾ ਨਾ ਜਾ ਰਹੀ ਆ ਹੀਟ ਨਾ ਆ ਰਹੀ ਆ ਹੀਟ ਇੱਕ ਲਿੱਤਾ ਸੋਰਸ ਦੀ ਬੱਚੇ ਤਿੰਨ ਪਾਸੇ ਦੇਖੋ ਕੀ ਆ ਇਸ ਤਰੀਕੇ ਨਾਲ ਲਾਈਨਸ ਲਗਾਈਆਂ ਹੋਈਆਂ ਮਤਲਬ ਕਿ ਇਨਸੂਲੇਟਰ ਹੈ ਇਧਰੋਂ ਹੀਟ ਨਹੀਂ ਜਾਏਗੀ ਉੱਪਰ ਵਾਲਾ ਹੀ ਸਿੰਗਲ ਲੇਅਰ ਮਤਲਬ ਕੰਡਕਟਿੰਗ ਲੇਅਰ ਹੈ ਇੱਥੋਂ ਹੀਟ ਆ ਵੀ ਜਾ ਸਕਦੀ ਹੈ ਤੇ ਜਾ ਵੀ ਸਕਦੀ ਹੈ ਸਿਮਿਲਰਲੀ ਸਿੰਕ ਲਿੱਤਾ ਸਿੰਕ ਦੇ ਵਿੱਚ ਵੀ ਸੇਮ ਆ ਬੱਚੇ ਉੱਪਰ ਵਾਲਾ ਪੋਰਸ਼ਨ ਕੰਡਕਟਿੰਗ ਆ ਬਾਕੀ ਸਾਰਾ ਇਨਸੂਲੇਟਰ ਆ ਸੋ ਇੱਕ ਲਿੱਤਾ ਸੀ ਸਿਲੰਡਰ ਦੇ ਉੱਪਰ ਲਗਾਇਆ ਫ੍ਰਿਕਸ਼ਨਲੈਸ ਪਿਸਟਨ ਆ ਕੀ ਚੀਜ਼ ਆ ਫ੍ਰਿਕਸ਼ਨਲੈਸ ਪਿਸਟਨ ਇਹਦੇ ਵਿੱਚੋਂ ਵੀ ਹੀਟ ਬੱਚੇ ਨਾ ਤਾਂ ਅੰਦਰ ਜਾ ਸਕਦੀ ਹੈ ਨਾ ਆ ਸਕਦੀ ਆ ਸਾਈਡ ਵਾਲੀ ਕੀ ਅਸੀਂ ਲੱਕੜ ਲਗਾਤੀ ਮਤਲਬ ਹੀਟ ਨਾ ਆ ਸਕਦੀ ਨਾ ਜਾ ਸਕਦੀ ਆ ਵਾਲੀ ਚੀਜ਼ ਕੀ ਆ ਕੰਡਕਟਿੰਗ ਮਤਲਬ ਕਿੱਥੋਂ ਕੰਡਕਟ ਕਰ ਸਕਦਾ ਆ ਕਲੀਅਰ ਹੋ ਗਿਆ ਸੋ ਬੇਸਿਕਲੀ ਸਾਨੂੰ 4 ਚੀਜ਼ਾਂ ਦਿਖ ਰਹੀਆਂ ਆ ਸਿਲੰਡਰ ਸੋਰਸ ਸਟੈਂਡ ਸਿੰਕ ਪੰਜਵੀਂ ਚੀਜ਼ ਅਸੀਂ ਕਹਿ ਰਹੇ ਹਾਂ ਕਿ 5 ਐਸੈਂਸ਼ੀਅਲ ਚੀਜ਼ਾਂ ਯੂਜ਼ ਕਰ ਰਹੇ ਹਾਂ ਤਾਂ 5th ਚੀਜ਼ ਕੀ ਹੈ ਤੁਹਾਡੀ ਸੋਰਸ ਵਰਕਿੰਗ ਸਬਸਟੈਂਸ ਕਿ ਜਿਹੜਾ ਤੁਸੀਂ ਇੱਥੇ ਮਟੀਰੀਅਲ ਭਰਿਆ ਹੋਇਆ ਉਹ ਮਟੀਰੀਅਲ ਕਿੱਦਾਂ ਦਾ ਕਿਹੜਾ ਸੋਲਿਡ ਕਿਹੜਾ ਲਿਕੁਇਡ ਜਾਂ ਕਿਹੜੀ ਗੈਸ ਤੁਸੀਂ ਯੂਜ਼ ਕਰ ਰਹੇ ਆ ਪੂਰਾ ਪ੍ਰੋਸੀਜਰ ਯੂਜ਼ ਕਰਨ ਦੇ ਲਈ ਕਲੀਅਰ ਹੋ ਗਿਆ ਜੀ ਸੋ ਨੰਬਰ 1 ਇਜ਼ ਅ ਸਿਲੰਡਰ ਪਹਿਲੇ ਨੰਬਰ ਤੇ ਅਸੀਂ ਕਿਹਦੀ ਗੱਲ ਕਰਾਂਗੇ ਸਿਲੰਡਰ ਮਤਲਬ ਕਿ ਆਹ ਵਾਲੇ ਸਿਲੰਡਰ ਦੀ ਗੱਲ ਕਰਾਂਗੇ It is a basic part of Carnot heat engine. So ਬੱਚੇ basic part ਆ Carnot heat engine ਦਾ it has a insulating side walls side ਵਾਲੀਆਂ ਜਿਹੜੀਆਂ walls ਆ ਬੱਚੇ ਉਹ ਕੀ ਆ insulating ਮਤਲਬ ਕਿ ਇਧਰੋਂ ਜਿਹੜੀ ਆ heat conduct ਕੁਝ ਨਹੀਂ ਹੋਏਗਾ and conducting base ਜਿਹੜਾ ਇਹਦਾ base ਆ ਉਹ ਕੀ ਆ conducting ਮਤਲਬ ਇੱਥੋਂ conduct ਕਰ ਸਕਦਾ ਆ It is also provided with insulating frictionless piston so ਇਹਦੇ ਉੱਪਰ ਕੀ ਲੱਗਿਆ ਹੋਇਆ ਆ ਇੱਥੇ ਐਰੋ ਪਾ ਕੇ ਲਿਖ ਲੈਣਾ ਬੱਚੇ ਫੋਟੋ ਦੇ ਵਿੱਚ ਨਹੀਂ ਲਿਖਿਆ ਹੋਇਆ frictionless piston ਸੋ ਤੁਸੀਂ ਆਪਣੇ ਡਾਇਗਰਾਮ ਦੇ ਵਿੱਚ ਇਹ ਚੀਜ਼ ਲਿਖਣੀ ਆ ਕਿ ਉੱਪਰ ਕੀ ਲੱਗਿਆ ਹੋਇਆ ਆ frictionless piston ਲੱਗਿਆ ਹੋਇਆ ਸਿਲੰਡਰ ਸਭ ਨੂੰ ਕਲੀਅਰ ਹੋ ਗਿਆ ਨੈਕਸਟ ਅਸੀਂ ਪੜਾਂਗੇ ਹੀਟ ਸੋਰਸ ਦੇ ਬਾਰੇ ਮਤਲਬ ਸੋਰਸ ਕੀ ਚੀਜ਼ ਆ ਰਾਜੇ ਸੋਰਸ ਕੀ ਹੈ ਇਟ ਇਜ਼ ਅ ਹੌਟ ਬੋਡੀ ਕਿਹੜੀ ਬੋਡੀ ਆ ਹੌਟ ਬੋਡੀ ਜਿਹਦਾ ਟੈਂਪਰੇਚਰ ਕਿੰਨਾ ਆ T1 ਇਹਦਾ ਮਤਲਬ ਸਿੰਕ ਦਾ ਕਿੰਨਾ ਹੋਏਗਾ ਟੈਂਪਰੇਚਰ T2 Actually its heat capacity is infinity so the heat capacity ਕਿੰਨੀ ਹੁੰਦੀ ਹੈ infinity ਮਤਲਬ ਜਿੰਨੀ ਮਰਜ਼ੀ ਹੀਟ ਦੇਈ ਚੱਲੋ ਇਹਨੂੰ so its temperature is always remains T1 ਇਹਦਾ ਮਤਲਬ ਜੇ infinity ਆ ਚਾਹੇ ਇਹਨੂੰ ਹੀਟ ਹੋਰ ਦੇ ਦਿਓ ਚਾਹੇ ਇਹ ਤੋਂ ਲੈ ਲਓ ਤਾਂ ਜਿਹੜੀ ਹੀਟ ਆ ਉਹ ਹਮੇਸ਼ਾ ਕਿੰਨੀ ਰਹੇਗੀ T1 ਨਾ ਘਟੇਗੀ ਨਾ ਵਧੇਗੀ whenever heat removed from it ਚਾਹੇ ਤੁਸੀਂ ਇਹਦੇ ਵਿੱਚੋਂ ਕੁਝ ਹੀਟ ਜਿਹੜੀ ਆ ਰਿਮੂਵ ਵੀ ਕਰ ਦੋਗੇ ਤਾਂ ਵੀ ਹੀਟ ਜਿਹੜੀ ਆ T1 ਹੀ ਰਹੇਗੀ
ਨੈਕਸਟ ਇਜ਼ ਸਿੰਕ। ਹੁਣ ਬੱਚੇ ਸਿੰਕ ਕੀ ਆ, ਇਟ ਇਜ਼ ਦ ਬੋਡੀ ਐਟ ਅ ਲੋ ਟੈਂਪਰੇਚਰ। ਸੈਕਿੰਡ ਨੰਬਰ ਤੇ ਕੀ ਸੀ ਉਧਰਲੇ ਪਾਸੇ ਜੋ ਬਾਕਸ ਬਣਿਆ ਹੋਇਆ ਬੱਚੇ, ਠੀਕ ਆ, ਉੱਪਰ ਕੀ ਆ ਕੰਡਕਟਿੰਗ ਆ, ਸਾਈਡ ਵਾਲੀ ਕੀ ਆ ਇਨਸੂਲੇਟਿੰਗ ਆ। ਇੱਥੇ ਜੋ ਟੈਂਪਰੇਚਰ ਉਹ ਕਿੰਨਾ ਹੋਏਗਾ T2। ਇਟਸ ਹੀਟ ਕਪੈਸਿਟੀ ਇਜ਼ ਆਲਸੋ ਇਨਫਿਨਿਟੀ, ਇਹਦੀ ਹੀਟ ਕਪੈਸਿਟੀ ਵੀ ਬੱਚੇ ਇਨਫਿਨਿਟੀ ਹੋਏਗੀ। ਸੋ ਟੈਂਪਰੇਚਰ ਆਫ ਅ ਸਿੰਕ ਇਜ਼ ਆਲਵੇਜ਼ ਰਿਮੇਨਸ T2, ਇਹਦਾ ਮਤਲਬ ਸਿੰਕ ਦਾ ਟੈਂਪਰੇਚਰ ਹਮੇਸ਼ਾ ਕਿੰਨਾ ਰਹੇਗਾ T2 ਹੀ ਰਹੇਗਾ। ਵਟ ਐਵਰ ਬੀ ਹੀਟ ਗਿਵਨ ਟੂ ਇਟ, ਕੋ ਜਿੰਨੀ ਮਰਜ਼ੀ ਹੀਟ ਦੇ ਦਿਓ। T1 ਬੱਚੇ ਟੈਂਪਰੇਚਰ ਦੇਏਗਾ, ਇਹਨੇ ਕੀ ਆ ਟੈਂਪਰੇਚਰ ਲਏਗਾ, ਕਿਉਂਕਿ ਇਨਫਿਨਿਟੀ ਆ, ਲੈ ਵੀ ਰਿਹਾ ਤਾਂ ਵੀ ਇਨਫਿਨਿਟੀ ਰਹੇਗੀ। T1 ਆ, ਇਹਦੀ ਵੀ ਟੈਂਪਰੇਚਰ ਕਿੰਨਾ ਸੀ ਇਨਫਿਨਿਟੀ, ਟੈਂਪਰੇਚਰ ਇਹ ਦੇ ਵੀ ਰਿਹਾ ਜਿੰਨਾ ਮਰਜ਼ੀ ਦੇ ਦੇਵੇ ਤਾਂ ਵੀ ਇਨਫਿਨਿਟੀ ਹੀ ਰਹੇਗਾ। ਨੈਕਸਟ ਇਜ਼ ਇਨਸੂਲੇਟਿੰਗ ਸਟੈਂਡ। ਹੁਣ ਇਨਸੂਲੇਟਿੰਗ ਸਟੈਂਡ ਕੀ ਸੀ ਰਾਜੇ, ਆ ਸੈਂਟਰ ਵਾਲਾ ਸਟੈਂਡ, ਜਿੱਤੇ ਅਸੀਂ ਪ੍ਰੋਪਰ ਜਿਹੜਾ ਆ ਵਾਲਾ ਸਿਲੰਡਰ ਆ ਕਦੇ ਬੱਚੇ ਇਹਦੇ ਉੱਤੇ ਪਲੇਸ ਕਰ ਦਿੱਤਾ, ਕਦੇ ਸਟੈਂਡ ਦੇ ਉੱਪਰ, ਕਦੇ ਸਿੰਕ ਦੇ ਉੱਪਰ। ਸੋ ਹੁਣ ਅਸੀਂ ਸਟੈਂਡ ਦੀ ਗੱਲ ਕਰ ਰਹੇ ਹਾਂ। ਸਟੈਂਡ ਕੀ ਆ, ਇਟ ਇਜ਼ ਦ ਬਲੋਕ ਆਫ ਇਨਸੂਲੇਟਿੰਗ ਵਾਲਸ। ਇਨਸੂਲੇਟਿੰਗ ਵਾਲਸ ਆ, ਇਟ ਇਜ਼ ਯੂਜ਼ ਟੂ ਪਰਫਾਰਮ ਐਡੀਆਬੈਟਿਕਲੀ ਪ੍ਰੋਸੈਸ ਇਨਸਾਈਡ ਦ ਸਿਲੰਡਰ। ਅਗਰ ਸਿਲੰਡਰ ਦੇ ਅੰਦਰ ਅਸੀਂ ਚਾਹੁੰਦੇ ਹਾਂ ਕਿ ਕੋਈ ਨਾ ਕੋਈ ਕੰਮ ਹੁੰਦਾ ਰਹੇ, ਸੋ ਉਹਨੂੰ ਨਾ ਤਾਂ ਅਸੀਂ ਸੋਰਸ ਦੇ ਉੱਪਰ ਰੱਖ ਸਕਦੇ ਹਾਂ ਨਾ ਸਿੰਕ ਦੇ ਉੱਪਰ ਉਹ ਐਟ ਪ੍ਰੈਜ਼ੈਂਟ ਰੱਖਣਾ ਆ। ਸੋ ਉਸ ਟਾਈਮ ਅਸੀਂ ਆਪਣੇ ਸਿਲੰਡਰ ਨੂੰ ਕਿਹਦੇ ਉੱਪਰ ਰੱਖ ਦਾਂਗੇ, ਸਟੈਂਡ ਦੇ ਉੱਪਰ। ਲਾਸਟ ਵਨ ਇਜ਼ ਅ ਵਰਕਿੰਗ ਸਬਸਟਾਂਸ। ਹੁਣ ਵਰਕਿੰਗ ਸਬਸਟਾਂਸ ਕੀ ਆ, ਆਈਡੀਅਲ ਗੈਸ ਇਜ਼ ਯੂਜ਼ਡ ਐਜ਼ ਅ ਵਰਕਿੰਗ ਸਬਸਟਾਂਸ। ਕੋਈ ਵੀ ਅਸੀਂ ਆਈਡੀਅਲ ਗੈਸ ਜਿਹੜਾ ਆ ਇੱਥੇ ਯੂਜ਼ ਕਰਾਂਗੇ। ਇੱਥੇ ਅਸੀਂ ਕੋਈ ਸੋਲਿਡ ਨਹੀਂ ਯੂਜ਼ ਕਰ ਰਹੇ, ਕੋਈ ਲਿਕੁਇਡ ਨਹੀਂ ਯੂਜ਼ ਕਰ ਰਹੇ, ਅਸੀਂ ਇੱਥੇ ਗੈਸਿਸ ਯੂਜ਼ ਕਰ ਰਹੇ ਹਾਂ, ਵਿਚ ਇਜ਼ ਦ ਆਈਡੀਅਲ ਗੈਸਿਸ ਇਨ ਕਾਰਨੋਟ ਹੀਟ ਇੰਜਨ ਦੇ ਅੰਦਰ। ਕਲੀਅਰ ਹੋ ਗਿਆ ਬੱਚੇ। ਹੀਟ ਇੰਜਨ ਦੇ ਅੰਦਰ ਜਿਹੜੇ ਅਸੀਂ ਵਰਕਿੰਗ ਸਬਸਟਾਂਸ ਯੂਜ਼ ਕਰ ਰਹੇ ਸੀ ਉਹ ਸੋਲਿਡ, ਲਿਕੁਇਡ, ਗੈਸ ਕੁਝ ਵੀ ਸੀ, ਬਟ ਜਿਹੜਾ ਅਸੀਂ ਕਾਰਨੋਟ ਹੀਟ ਇੰਜਨ ਦੇ ਅੰਦਰ ਜੋ ਵਰਕਿੰਗ ਸਬਸਟਾਂਸ ਯੂਜ਼ ਕਰਾਂਗੇ ਉਹ ਕੀ ਹੈ ਤੁਹਾਡਾ ਆਈਡੀਅਲ ਗੈਸ। ਸੋ ਨੈਕਸਟ ਆ ਜਾਓ ਕਾਰਨੋਟ ਸਾਈਕਲ ਦੇ ਉੱਪਰ। ਸੋ ਰਾਜੇ ਇੱਥੇ ਤੱਕ ਜਿਹੜਾ ਆ ਇੰਨਾ ਕੁ ਆਰਟੀਕਲ ਕਿ ਕਾਰਨੋਟ ਹੀਟ ਇੰਜਨ ਕੀ ਆ, ਇਹਦੀਆਂ ਅਸੈਂਸ਼ੀਅਲ ਪਾਰਟਸ ਲਿਖ ਦਿਓ। ਸੋ ਇੰਨਾ ਕੁ ਪੋਰਸ਼ਨ ਜਿਹੜਾ ਆ ਤੁਹਾਡਾ ਜਿਹੜਾ ਆ 3 ਮਾਰਕਸ ਦਾ ਆ ਸਕਦਾ। ਹੁਣ ਸਮ ਟਾਈਮ ਬੱਚੇ ਇਹੀ ਕੁਐਸਚਨ 5 ਮਾਰਕਸ ਦਾ, ਬਹੁਤ ਰੇਅਰ ਚਾਂਸ ਆ ਕਿ 5 ਮਾਰਕਸ ਦਾ ਪੁੱਛ ਲਿਆ ਜਾਵੇ, ਤਾਂ ਵਰਕਿੰਗ ਪੁੱਛ ਲਈ ਜਾਂਦੀ ਹੈ। ਇਹਦਾ ਮਤਲਬ ਤੁਸੀਂ ਕਾਰਨੋਟ ਸਾਈਕਲ ਬਾਰੇ ਲਿਖੋਗੇ ਕਿ ਕਾਰਨੋਟ ਸਾਈਕਲ 'ਚ ਹੁੰਦਾ ਕੀ ਆ। ਇਟ ਇਜ਼ ਅ ਸਾਈਕਲਿਕ ਪ੍ਰੋਸੈਸ। ਕਿਹੜਾ ਪ੍ਰੋਸੈਸ ਆ, ਸਾਈਕਲਿਕ। by Carnot in which the ideal gas returns to its original state after following 4 thermodynamic process। ਸੋ ਇਹਦੇ ਵਿੱਚ 4 thermodynamic process ਹੁੰਦੇ ਆ। ਸੋ ਉਹਨੂੰ ਅਲੱਗ-ਅਲੱਗ ਪ੍ਰੋਸੀਜਰ ਨੂੰ ਅਸੀਂ ਕੀ ਬੋਲ ਦਿੰਦੇ ਆ, ਸਾਈਕਲ। ਸੋ ਪਹਿਲੇ ਨੰਬਰ ਤੇ ਕੀ ਹੁੰਦਾ ਆ, ਥਰਮੋਡਾਇਨਮਿਕ ਆਈਸੋਥਰਮਲ ਐਕਸਪੈਂਸ਼ਨ। ਐਕਸਪੈਂਸ਼ਨ ਮਤਲਬ ਕੋਈ ਚੀਜ਼ ਐਕਸਪੈਂਡ ਹੋਣ ਲੱਗੀ ਆ, ਫੈਲਣ ਲੱਗੀ ਆ। ਕਲੀਅਰ ਹੋ ਗਿਆ। ਫਸਟ of all the cylinder of ideal gas is placed over the source of T1। ਹੁਣ ਸਾਡੇ ਕੋਲ ਕੀ ਸੀ ਬੱਚੇ, ਆਹ ਸਾਡਾ ਸਿਲੰਡਰ ਸੀ, ਸਿਲੰਡਰ ਨੂੰ ਇੱਥੇ ਕੀ ਆ ਸੋਰਸ ਦੇ ਉੱਪਰ ਰੱਖ ਦਿੱਤਾ ਗਿਆ। ਆਹ ਸਿਲੰਡਰ ਨੂੰ ਚੱਕ ਕੇ ਕਿੱਥੇ ਰੱਖ ਦਿੱਤਾ ਗਿਆ, ਸੋਰਸ ਤੇ। ਪਹਿਲਾ ਸਟੈਪ ਕਲੀਅਰ ਹੋ ਗਿਆ, ਸੋਰਸ ਤੇ ਰੱਖ ਦਿੱਤਾ ਗਿਆ। ਨਾਓ ਦ ਆਈਡੀਅਲ ਗੈਸ ਗੈਟ ਹੀਟ ਫਰੋਮ ਸੋਰਸ। ਹੁਣ ਜਿਹੜੀਆਂ ਆਈਡੀਅਲ ਗੈਸ ਆ ਸਾਨੂੰ ਪਤਾ ਉਸ ਸਿਲੰਡਰ ਦੇ ਅੰਦਰ, ਸੋ ਆਪਾਂ ਦੇਖ ਲੈਂਦੇ ਆ ਰਿਹਾ ਤੁਹਾਡਾ ਸਿਲੰਡਰ, ਠੀਕ ਆ। ਇਹਨੂੰ ਚੱਕ ਕੇ ਅਸੀਂ ਸੋਰਸ ਦੇ ਉੱਪਰ ਰੱਖ ਦਿੱਤਾ। ਇਹਦੇ ਵਿੱਚ ਕੀ ਸੀ, ਗੈਸਿਸ, ਗੈਸਿਸ ਸੀ। ਸੋ ਆਹ ਵਾਲੀਆਂ ਗੈਸਿਸ ਨੇ ਸੋਰਸ ਦੇ ਨਾਲ ਹੀਟ ਅਪ ਹੋਣਾ ਸਟਾਰਟ ਕਰ ਦਿੱਤਾ, ਮਤਲਬ ਕਿ ਗਰਮ ਹੋ ਗਈਆਂ। ਜੇ ਗਰਮ ਹੋ ਗਈਆਂ ਤਾਂ ਸਾਨੂੰ ਪਤਾ ਬੱਚਾ ਅਗਰ ਗੈਸ ਨੂੰ ਤੁਸੀਂ ਗਰਮ ਕਰੋਗੇ, ਜਿਹੜੇ ਉਹਦੇ ਮੋਲੀਕਿਊਲਸ ਆ, ਪਹਿਲਾਂ ਮੰਨ ਲਓ ਆਹ ਸੀ, ਆਹ ਮੋਲੀਕਿਊਲਸ ਪਏ ਸੀ, ਜਿੱਦਾਂ ਇਹਨੂੰ ਹੀਟ ਅਪ ਕੀਤਾ 4 ਦੇ 4 ਮੋਲੀਕਿਊਲਸ ਦੂਰ ਦੂਰ ਹੋ ਗਏ, ਮਤਲਬ ਕਿ ਐਕਸਪੈਂਡ ਕਰ ਗਏ, ਖਿਲਰ ਗਏ, ਠੀਕ ਹੈ। ਦਿਸ ਪ੍ਰੋਸੈਸ ਇਜ਼ ਦਾ ਆਈਸੋਥਰਮਲ ਐਕਸਪੈਂਸ਼ਨ। ਇਹਨੂੰ ਕੀ ਅਸੀਂ ਬੋਲ ਦਿੰਦੇ ਹਾਂ, ਆਈਸੋਥਰਮਲ ਐਕਸਪੈਂਸ਼ਨ ਬੋਲ ਦਿੰਦੇ ਹਾਂ। ਸੋ ਪਿਸਟਨ ਮੂਵਸ ਆਊਟਵਰਡ। ਸਿਲੰਡਰ ਦੇ ਉੱਪਰ ਆਹ ਬੱਚੇ ਤੁਹਾਡਾ ਫ੍ਰਿਕਸ਼ਨਲੈਸ ਪਿਸਟਨ ਲੱਗਿਆ ਹੋਇਆ, ਠੀਕ ਆ। ਸਿਲੰਡਰ ਦੇ ਅੰਦਰ ਜਿੱਦਾਂ ਹੀ ਗੈਸ ਐਕਸਪੈਂਡ ਕੀਤੀ, ਆਹ ਵਾਲਾ ਪਿਸਟਨ ਉੱਪਰ ਵੱਲ ਨੂੰ ਚਲਾ ਜਾਏਗਾ। ਜੇ ਉੱਪਰ ਵੱਲ ਨੂੰ ਚਲਾ ਗਿਆ ਤਾਂ ਮਤਲਬ ਵਰਕ ਡਨ ਹੋਏਗਾ। ਸੋ ਪਿਸਟਨ ਮੂਵਸ ਆਊਟਵਰਡ ਐਂਡ ਵਰਕ ਡਨ ਬਾਈ ਦਾ ਗੈਸ ਇਜ਼ ਇਕੁਅਲ ਟੂ ਦਾ ਹੀਟ ਐਬਜ਼ੋਰਬਡ ਬਾਈ ਦਾ ਗੈਸ। ਜਿੰਨੀ ਗੈਸ ਨੇ ਹੀਟ ਐਬਜ਼ੋਰਬ ਕਰ ਲਈ ਉਨਾ ਪਿਸਟਨ ਉੱਪਰ ਜਾਈ ਜਾਏਗਾ, ਜਿੰਨਾ ਪਿਸਟਨ ਉੱਪਰ ਜਾਏਗਾ ਉਨਾ ਜ਼ਿਆਦਾ ਤੁਹਾਡਾ ਵਰਕ ਡਨ ਹੋਏਗਾ। ਸੋ Q1 ਇਜ਼ ਹੀਟ ਐਬਜ਼ੋਰਬ ਡਿਊਰਿੰਗ ਦਿਸ ਪ੍ਰੋਸੈਸ। ਸੋ ਇਸ ਪੂਰੇ ਪ੍ਰੋਸੈਸ ਦੇ ਅਕ੍ਰੋਸ ਕਿੰਨੀ ਹੀਟ ਲੱਗੀ, Q1। ਦ ਵਰਕ ਡਨ ਫਰੋਮ A to B। ਸੋ ਬੱਚੇ ਮੰਨ ਲਓ ਆਹ ਪਿਸਟਨ A ਸੀ, ਇੱਥੋਂ ਜਿਹੜਾ ਮੂਵ ਹੋ ਕੇ ਪਿਸਟਨ ਜਿਹੜਾ ਤੁਹਾਡਾ B ਪੁਆਇੰਟ ਤੇ ਚਲਾ ਗਿਆ। ਇਹਦਾ ਮਤਲਬ A ਤੋਂ ਲੈ ਕੇ B ਤੱਕ ਜਿਹੜਾ ਆ ਤੁਹਾਡਾ ਵਰਕ ਡਨ ਹੋਇਆ। ਮੰਨ ਲਓ A ਦੇ ਉੱਪਰ ਤੁਹਾਡਾ ਪ੍ਰੈਸ਼ਰ ਕਿੰਨਾ ਸੀ, P1, ਵੋਲੀਅਮ ਕਿੰਨਾ ਸੀ, V1, ਟੈਂਪਰੇਚਰ ਕਿੰਨਾ ਸੀ, T1। ਸੋ ਮੂਵ ਕਰਕੇ B ਪੁਆਇੰਟ ਤੇ ਚਲਾ ਗਿਆ। ਇੱਥੇ ਪ੍ਰੈਸ਼ਰ ਕਿੰਨਾ ਆ, P2, ਵੋਲੀਅਮ ਕਿੰਨਾ, V2, ਟੈਂਪਰੇਚਰ ਕਿੰਨਾ, T2।
क्लियर हो गया जी। सो लिखांगे कितना, वर्क डन इज इक्वल्स टू Q1। सो बच्चे असी वर्क डन जिहड़ा आ आइसोथर्मल प्रोसैस जिहड़ा असी पूरा आर्टिकल जिहड़ा ड्राइव कर चुके हैं, उत्थे साडा रिजल्ट आया सी W इज इक्वल्स टू RT log V2 over V1। सो वही टर्म लिख रहे हैं, W1 के इक्वल आ गया RT1 log V2 over V1। क्लीयर हो गया जी। आइसोथर्मल प्रोसैस दे विच की होया, हुण असी की कीता, सोर्स तो सिलेंडर चक लिया, सोर्स तो की कीता, सिलेंडर चक लिया। हुण बच्चे ग्राफ देख लो, पहले नंबर ते की आ A पॉइंट ते सी, B पॉइंट तक चला गया, मतलब कि एक्सपैंड हो गया। पहला वॉल्यूम घट सी, हुण वॉल्यूम वध गया, वॉल्यूम इत्थे तक आ गया। प्रैशर की होएगा, घट जाएगा। प्रैशर पहला ज़्यादा सी, हुण प्रैशर घट गया, सो घट के आ पॉइंट ते आ गया। ठीक है जी। इत्थे जाके असीं इहनूं की बोल दिता, आइसोथर्मल एक्सपेंशन। की बोल दिता, आइसोथर्मल एक्सपेंशन। बच्चे ग्राफ क्लीयर हो गया कि ए पॉइंट तो लैके बी पॉइंट तक आया और सिर्फ इन्ना क ग्राफ बनिया, जिन्ना क असीं पढ़ के हटे हैं सिर्फ इन्ना ग्राफ बनिया। क्लीयर हो गया। चलो जी नैक्सट स्टैप पढ़ते हैं, adiabatic expansion। Now cylinder is removed from source and placed over insulating stand and gas is allowed to expand adiabatically। हुण असीं की कीता, आ की सी तुहाडा सोर्स, इत्थे की सी स्टैंड लग्या होया सी, की सी स्टैंड। असी अपना सिलेंडर इत्थों चक्या और इहदे उपर रख दिता, आ रख दिता। जदों इहदे उपर रखिया तो इहदा मतलब गैस के अंदर हले कुछ ना कुछ काम हो रहा, गैसिस आ जिहड़े आ एक्सपैंड होईयां सीगियां, वो हले भजदियां दौड़दियां फिरदियां आ। इहदा मतलब हुण थोड़ा जिहा वॉल्यूम, क्योंकि उत्तों बच्चे हीट ऑलरेडी इनू मिली हुई है, तो प्रोसीजर जिहड़ा चल रहा है, प्रोसीजर चल रहा, सो थोड़ा जिहा गैसिस विच जिहड़ी हीट आई हुई है उहदी वजह नाल थोड़ा जिहा सिलेंडर होर उपर चला गया। इहदा मतलब पहला ए पॉइंट ते सी, फिर बी ते आ गया, हुण थो बहुत माइनर जिहा उपर जाएगा। मान लो किहड़े पॉइंट ते चला गया, सी पॉइंट तक तुहाडा सिलेंडर चला गया। ठीक है जी। इहदा मतलब बी पॉइंट ते बच्चे प्रैशर कितना सी, P2 वॉल्यूम कितना सी, V2 टैंपरेचर, T2। हुण सी पॉइंट के उपर टैंपरेचर प्रैशर कितना होएगा, प्रैशर P3 वॉल्यूम, V3 ते टैंपरेचर T3। क्लीयर हो गया जी। बच्चे इन्नी गल क्लीयर होगी। सो असीं लिखांगे एडियाबैटिकली एक्सपेंशन होया, कितना होया, बी तो लैके सी तक। नाउ वर्क डन बाय दिस प्रोसैस, क्योंकि ये एडियाबैटिक आ, अपने आप प्रोसीजर होया, असी कोई हीट नहीं दिती उन्होंने एट प्रेजेंट। पहले विच बच्चे असी खुद हीट दिती सोर्स तो, सो आइसोथर्मल प्रोसैस असी। सैकेंड दे विच ऑलरेडी उन्होंने हीट मिली हुई है, अपने आप प्रोसीजर चल रहा, सो इनू बोल दिंदे आ एडियाबैटिक एक्सपेंशन, एक्सपैंड हो रहा हले। सो एडियाबैटिक बच्चे असी ऑलरेडी आर्टिकल कर चुके हैं, 4th लैक्चर के अंदर बच्चे असी डिस्कस कर चुके हैं एडियाबैटिक एक्सपेंशन की हुंदा। सो ते वर्क डन दा आंसर साडा कितना आया सीगा, W इज इक्वल्स टू, क्योंकि हुण सैकेंड वर्क डन आ, सो W2 इज इक्वल्स टू V2 V1 PV PDV। सो एक के इक्वल लास्ट विच रिजल्ट के इक्वल आया सी R डिवाइडेड बाय गामा -1 T1 - T2। सो आ गया बच्चे थोड़ा सैकेंड वर्क डन, ये आ गया थोड़ा सैकेंड वर्क डन। हुण आ जाओ अगेन असी बच्चे सिलेंडर नू चक लिया स्टैंड दे उपरों। ठीक है, आ थोड़ा सोर्स सी, आ की सी स्टैंड, इधर की सी सिंक लग्या होया T2। असी हुण बच्चे इधरों सिलेंडर चक के कित्ते रख दिता, सिंक दे उपर। कित्थे रख दिता, सिंक दे उपर। हुण की कीता, सिंक ने तो हीट लै ली। ठीक है, पहले विच की सी, सोर्स T1 ने जिहड़ी आ सोर्स ने सिलेंडर नू हीट दित्ती सी। हुण इतों की कीती, हीट जिहड़ी है एब्जॉर्ब कर ली। T2 ने सिंक ने तो हीट लै ली। अगर लै ली इहदा मतलब इत्थे जाके कंप्रैस हो जाएगा वो। नाउ सिलेंडर इज रिमूवड फ्रॉम द स्टैंड, स्टैंड के उपरों रिमूव कर दिता गया एंड प्लेसड ओवर सिंक, सिंक के उपर रख दिता गया एट लो टैंपरेचर T2। नाउ गैस इज कंप्रैस्ड, गैस ने की हो जाना, कंप्रैस हो जाना आइसोथर्मली। सो सी तो लैके डी तक जिहड़ा आ वो कंप्रैस हो गया। जिद्दां ही कंप्रैस होएगा तो वर्क डन ऑन द गैस विल बी इक्वल टू द हीट रिजेक्टेड टू सिंक Q2। सो बच्चे साडा अगेन वही, क्योंकि हुण कंप्रैशन हुई आ, आइसोथर्मल कंप्रैशन हुई आ, सो वर्क डन केड़ा हो गया W3। सो आंसर कितना आएगा RT2 log V3। बच्चे log 10 आएगा, log ई नहीं आएगा, log 10। सो log 10 सॉरी, अगर log 10 लिखांगे तो बच्चे 2.303 लिखांगे, अगर ई लिख रहे हैं तो ई लिख सकते हैं।
ਹੁਣ ਵੋਲੀਅਮ ਕਿੱਥੋਂ ਗਿਆ V3 ਤੋਂ V4 ਤੱਕ, ਸੋ V3 ਓਵਰ V4। ਕਲੀਅਰ ਹੋ ਗਿਆ ਜੀ। ਸੋ ਸਿੰਪਲ ਜੋ ਵੀ ਸਾਡਾ ਕੰਪਰੈਸ ਹੋਈ ਗੈਸ ਉਹਦਾ ਅਸੀਂ ਵਰਕ ਡਨ ਲਿਖ ਦਿੱਤਾ, ਕਿਉਂਕਿ ਆਈਸੋਥਰਮਲੀ ਹੋਇਆ ਆ। ਆਈਸੋਥਰਮਲ ਮਤਲਬ ਸਿੰਕ ਦੇ ਉੱਪਰ ਡਾਇਰੈਕਟ ਰੱਖ ਦਿੱਤਾ ਤਾਂ ਹੀਟ ਉਹਨੇ ਉੱਤੋਂ ਲੈ ਲਈ ਸੀ, ਸੋ ਅਸੀਂ ਲਿਖ ਦਿੱਤਾ ਆਈਸੋਥਰਮਲ ਕੰਪਰੈਸ਼ਨ ਹੋ ਗਿਆ। ਸੋ ਲਾਸਟ ਹੈ ਐਡੀਆਬੈਟਿਕ ਕੰਪਰੈਸ਼ਨ। ਹੁਣ ਐਡੀਆਬੈਟਿਕ ਕੰਪਰੈਸ ਕਿੱਦਾਂ ਕਰੇਗਾ? ਇਹਦਾ ਮਤਲਬ ਜਿਹੜੀ ਹੀਟ ਆ ਉਹਨੇ ਮੈਕਸਿਮਮ ਸਿੰਕ ਨੂੰ ਦੇ ਦਿੱਤੀ। ਸਿਲੰਡਰ ਇਜ਼ ਅਗੇਨ ਰਿਮੂਵਡ ਫਰੋਮ ਦਾ ਸਿੰਕ ਤੋਂ ਆਪਾਂ ਚੱਕ ਕੇ ਫਿਰ ਕਿਤੇ ਰੱਖ ਦਿੱਤਾ, ਇਨਸੂਲੇਟਿੰਗ ਸਟੈਂਡ ਦੇ ਉੱਪਰ ਰੱਖ ਦਿੱਤਾ। ਹੁਣ ਕੀ ਹੋ ਗਿਆ ਬੱਚੇ, ਆਲਰੇਡੀ ਜਿਹੜੀ ਆ ਸਿੰਕ ਨੇ ਤੋਂ એનર્ਜੀ ਲੈ ਲਈ, ਹੱਲੇ ਜਿਹੜੇ ਗੈਸ ਮੋਲੀਕਿਊਲਸ ਇਹਦਾ ਮਤਲਬ ਉਹ ਕੂਲ ਡਾਊਨ ਹੋ ਰਿਹਾ, ਸ਼ਾਂਤ ਹੋ ਰਿਹਾ। ਜਦੋਂ ਸ਼ਾਂਤ ਹੋਣਗੇ ਤਾਂ ਮਤਲਬ ਸਿਲੰਡਰ ਜਿਹੜਾ ਡੀ ਤੱਕ ਪਹੁੰਚ ਗਿਆ ਸੀ, ਫ੍ਰਿਕਸ਼ਨਲੈਸ ਪਿਸਟਨ ਡੀ ਤੱਕ ਪਹੁੰਚ ਗਿਆ ਸੀ, ਉਹਨੇ ਹੌਲੀ ਹੌਲੀ ਆ ਕੇ ਕਿਤੇ ਆ ਜਾਣਾ ਏ ਪੁਆਇੰਟ ਦੇ ਉੱਪਰ। ਸੋ ਡੀ ਤੋਂ ਏ ਪੁਆਇੰਟ ਦੇ ਉੱਪਰ ਆ ਜਾਣਾ ਵਾਪਸ। ਸੋ ਵਰਕ ਡਨ W4 ਕਿੰਨਾ ਹੋਏਗਾ ਸਾਡਾ ਮਾਈਨਸ। ਬੱਚੇ ਮਾਈਨਸ ਸਾਈਨ ਦਾ ਮਾਈਨਸ ਕੀ ਸ਼ੋ ਕਰ ਰਿਹਾ ਕਿ ਚੀਜ਼ ਕੰਪਰੈਸ ਹੋ ਰਹੀ ਆ। ਅਗੇਨ ਉਹੀ ਫਾਰਮੂਲਾ R ਗਾਮਾ ਮਾਈਨਸ 1 T2 ਮਾਈਨਸ T1। ਸੋ ਟੋਟਲ ਵਰਕ ਡਨ ਕਿੰਨਾ ਹੋਇਆ ਬੱਚੇ, W1 ਪੋਜ਼ਿਟਿਵ W2 ਨੈਗੇਟਿਵ, ਸੌਰੀ W1 W2 ਪੋਜ਼ਿਟਿਵ, W3 ਐਂਡ W4 ਕੀ ਸੀ ਨੈਗੇਟਿਵ, ਕਿਉਂਕਿ ਕੰਪਰੈਸ ਹੋਈ ਆ। W1 W3 ਨਾਲ ਕੈਂਸਲ ਆਊਟ ਹੋ ਜਾਣਾ ਕਿਉਂਕਿ ਸੇਮ ਆਂਸਰ ਆ ਰਿਹਾ ਸੀ, W2 W4 ਦੇ ਨਾਲ ਕੈਂਸਲ ਆਊਟ ਹੋ ਜਾਣਾ। ਸੋ ਟੋਟਲ ਜਿਹੜੀ એનર્ਜੀ ਅਗੇਨ 0 ਹੀ ਰਹਿ ਜਾਏਗੀ। ਹੁਣ ਆਪਾਂ ਇੱਕ ਵਾਰੀ ਗ੍ਰਾਫ ਚੈੱਕ ਕਰ ਲੈਂਦੇ ਹਾਂ, ਜਿਹੜਾ ਕਿ ਗ੍ਰਾਫ ਇਹਦਾ ਇੰਪੋਰਟੈਂਟ ਆ। ਪਹਿਲੇ ਵਿੱਚ ਕੀ ਸੀ ਬੱਚੇ, ਆਈਸੋਥਰਮਲ ਐਕਸਪੈਂਸ਼ਨ, A ਤੋਂ ਲੈ ਕੇ B ਤੱਕ ਚੀਜ਼ ਐਕਸਪੈਂਡ ਕਰ ਗਈ। ਅਗੇਨ ਅਸੀਂ ਸੋਰਸ ਤੋਂ ਚੱਕ ਕੇ ਕਿਤੇ ਰੱਖ ਦਿੱਤਾ ਸਟੈਂਡ ਦੇ ਉੱਪਰ। ਜਦੋਂ ਸਟੈਂਡ ਦੇ ਉੱਪਰ ਰੱਖਾਂਗੇ ਸਟਿਲ ਹੱਲੇ ਜਿਹੜਾ ਆ ਉਹਦਾ ਵੋਲੀਅਮ ਇਨਕਰੀਜ਼ ਹੋ ਰਿਹਾ ਆ। ਸੋ ਪਹਿਲਾ ਵੋਲੀਅਮ ਕਿੰਨਾ ਸੀ, ਇੰਨਾ ਵੋਲੀਅਮ ਇਨਕਰੀਜ਼ ਹੋ ਗਿਆ ਇੱਥੇ ਤੱਕ। ਕਲੀਅਰ ਹੋ ਗਿਆ। ਸੋ ਪ੍ਰੈਸ਼ਰ ਪਹਿਲਾਂ ਇੰਨਾ ਸੀ, ਪ੍ਰੈਸ਼ਰ ਫਿਰ ਘਟ ਕੇ ਬੱਚੇ ਇੰਨਾ ਹੋ ਗਿਆ, ਫਿਰ ਹੋਰ ਪ੍ਰੈਸ਼ਰ ਘਟ ਜਾਏਗਾ। ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜਾ ਪ੍ਰੈਸ਼ਰ ਘਟਿਆ ਆ ਉਹ ਆ ਬਣ ਗਿਆ। ਸੋ C ਪੁਆਇੰਟ ਆ ਗਿਆ, ਇਹ ਆ ਗਿਆ ਐਡੀਆਬੈਟਿਕ ਐਕਸਪੈਂਸ਼ਨ। ਹੁਣ ਕੀ ਕੀਤਾ ਅਸੀਂ, ਆਪਣੇ ਸਟੈਂਡ ਤੇ ਪਿਆ ਹੋਏ ਸਿਲੰਡਰ ਨੂੰ ਚੱਕ ਕੇ ਕਿਤੇ ਰੱਖ ਦਿੱਤਾ ਸਿੰਕ ਤੇ। ਜਿੱਦਾਂ ਹੀ ਸਿੰਕ ਤੇ ਰੱਖਿਆ ਤਾਂ ਕੰਪਰੈਸ ਹੋ ਗਈ ਚੀਜ਼। ਜਿੱਦਾਂ ਹੀ ਕੰਪਰੈਸ ਹੋ ਗਈ ਮਤਲਬ ਵੋਲੀਅਮ ਪ੍ਰੈਸ਼ਰ ਇਨਕਰੀਜ਼ ਹੋ ਗਿਆ, ਵੋਲੀਅਮ ਘਟ ਗਿਆ। ਵੋਲੀਅਮ ਬੱਚੇ ਇੱਧਰ ਆ ਗਿਆ, ਆ ਵੋਲੀਅਮ ਘਟ ਗਿਆ, ਪ੍ਰੈਸ਼ਰ ਇਨਕਰੀਜ਼ ਹੋ ਗਿਆ। ਸੋ ਆ ਬਣ ਗਿਆ D ਪੁਆਇੰਟ। ਇਹਦਾ ਮਤਲਬ ਗ੍ਰਾਫ ਇੱਧਰ ਨੂੰ ਆ ਜਾਏਗਾ। ਸੋ ਗ੍ਰਾਫ ਇੱਧਰ ਨੂੰ ਆ ਜਾਏਗਾ। ਸੋ ਆ ਚੀਜ਼ ਕੀ ਹੋਈ ਬੱਚੇ, ਐਰੋ ਜ਼ਰੂਰ ਪਾਉਂਦੇ ਜਾਣਾ, ਠੀਕ ਹੈ। ਐਰੋ ਨਹੀਂ ਪਾਉਂਗੇ ਤਾਂ ਗ੍ਰਾਫ ਨਹੀਂ ਸਮਝ ਲੱਗੇਗਾ। ਲਾਸਟ ਵਿੱਚ ਜਿੰਨਾ ਉਹ ਕੰਪਰੈਸ ਹੋ ਸਕਦਾ ਸੀ ਹੋ ਗਿਆ ਤੇ ਤੁਹਾਡਾ ਸਿਲੰਡਰ ਅਗੇਨ A ਪੁਆਇੰਟ ਤੇ ਪਹੁੰਚ ਗਿਆ। ਸੋ ਪ੍ਰੈਸ਼ਰ ਅਗੇਨ ਮੈਕਸਿਮਮ ਹੋ ਗਿਆ ਤੇ ਵੋਲੀਅਮ ਮਿਨੀਮਮ ਹੋ ਗਿਆ, ਵੋਲੀਅਮ ਘਟ ਗਿਆ ਉਹਦਾ, ਠੀਕ ਆ ਜੀ। ਇਹਦਾ ਮਤਲਬ ਅਗੇਨ ਗ੍ਰਾਫ ਬਣਿਆ ਤੁਹਾਡਾ ਐਡੀਆਬੈਟਿਕ ਕੰਪਰੈਸ਼ਨ। ਕਲੀਅਰ ਹੋ ਗਿਆ ਬੱਚੇ। ਗ੍ਰਾਫ ਇੰਪੋਰਟੈਂਟ ਆ, ਗ੍ਰਾਫ ਦਾ ਹੋ ਸਕਦਾ ਵੀ 1 ਮਾਰਕਸ ਪੂਰੇ ਹੋਣ, ਸੋ ਗ੍ਰਾਫ ਨੂੰ ਬਹੁਤ ਕੇਅਰਫੁਲੀ ਕਰ ਲੈਣਾ। ਕਲੀਅਰ ਹੋ ਗਿਆ। ਸੋ ਬੱਚੇ ਆਪਾਂ ਇਹਦੀ ਜ਼ਿਆਦਾ ਡਿਟੇਲ ਦੇ ਵਿੱਚ ਜਾਂ ਜ਼ਿਆਦਾ ਐਕਸਪਲੇਨੇਸ਼ਨ ਦੇ ਵਿੱਚ ਨਹੀਂ ਜਾਣਾ। ਕਾਫੀ ਬੁੱਕਸ ਨੇ ਆਹ ਚੀਜ਼ਾਂ ਨੂੰ ਐਕਸਪਲੇਨ ਕੀਤੀ ਹੋਇਆ ਆ, ਮਤਲਬ ਇਹਦਾ ਅਲੱਗ ਤੋਂ ਡੈਰੀਵੇਸ਼ਨ ਲਿਖੀ ਹੋਈ ਆ। ਸੋ ਅਗਰ ਤੁਹਾਡੇ ਕਲਾਸ ਟੀਚਰਸ ਤੁਹਾਨੂੰ ਡੈਰੀਵੇਸ਼ਨ ਕਰਵਾ ਰਹੇ ਆ ਤਾਂ ਆਪਣੀ ਕਲਾਸ ਟੀਚਰ ਦੇ ਅਕੋਰਡਿੰਗਲੀ ਚੱਲੋ। ਮੈਂ ਕਦੇ ਵੀ ਇਹਦੀ ਜੋ ਡੈਰੀਵੇਸ਼ਨ ਨਹੀਂ ਕਰਵਾਉਂਦੀ, ਕਿਉਂਕਿ ਰਾਜੇ ਹਾਰਡਲੀ 3 ਮਾਰਕਸ ਦਾ ਕੁਐਸਚਨ ਆਉਂਦਾ, ਆਲਰੇਡੀ ਬਹੁਤ ਲੈਂਥੀ ਕੁਐਸਚਨ ਆ ਇਹ। ਆਲਰੇਡੀ ਕਹਿ ਲਓ ਇਹਨੂੰ ਆਪਣੀ ਕਾਪੀ ਤੇ ਲਿਖ ਕੇ ਦੇਖੋਗੇ ਤਾਂ ਇੰਨਾ ਹੀ ਆਰਟੀਕਲ ਤੁਹਾਡਾ 2.5-3 ਪੇਜ ਤੇ ਚੱਲ ਜਾਂਦਾ ਹੈ। ਤਾਂ 5 ਮਾਰਕਸ ਦਾ ਕੁਐਸਚਨ ਇਹਦੇ ਵਿੱਚੋਂ ਆਉਣਾ ਨਹੀਂ, 3 ਮਾਰਕਸ ਦਾ ਕੁਐਸਚਨ ਆ ਸਕਦਾ। ਸੋ ਡੈਰੀਵੇਸ਼ਨ ਮੈਂ ਸੁਜੈਸਟ ਨਹੀਂ ਕਰਦੀ ਕਿ ਤੁਸੀਂ ਡੈਰੀਵੇਸ਼ਨ ਦੇ ਉੱਪਰ ਜਾਓ। ਅਗਰ ਤੁਹਾਡੇ ਕਲਾਸ ਟੀਚਰ ਤੁਹਾਨੂੰ ਡੈਰੀਵੇਸ਼ਨਸ ਕਰਵਾ ਰਹੇ ਆ ਤਾਂ ਗੋ ਵਿਦ ਯੋਰ ਟੀਚਰ, ਅਦਰਵਾਈਜ਼ ਬੱਚੇ ਦੀ ਡੈਰੀਵੇਸ਼ਨ ਦੀ ਸਾਨੂੰ ਜ਼ਰੂਰਤ ਨਹੀਂ ਆ। ਨੈਕਸਟ ਆ ਜਾਓ ਕਾਰਨੋਟ ਥਿਊਰਮ। ਬੱਚੇ ਕਾਰਨੋਟ ਥਿਊਰਮ ਕਈ ਵਾਰੀ 1 ਮਾਰਕਸ ਦਾ ਜਾਂ 2 ਮਾਰਕਸ ਦਾ ਅਲੱਗ ਤੋਂ ਕੁਐਸਚਨ ਪੁੱਛ ਲਿਆ ਜਾਂਦਾ ਕਿ ਕਾਰਨੋਟ ਥਿਊਰਮ ਹੈ ਕੀ ਚੀਜ਼। ਇਟ ਸਟੇਟਸ ਦੈਟ, ਇਹ ਸਾਨੂੰ ਦੱਸਦਾ ਆ ਐਫੀਸ਼ੀਐਂਸੀ ਆਫ ਕਾਰਨੋਟ ਹੀਟ ਇੰਜਨ does not depend upon, ਕਿਹੜੀ ਚੀਜ਼ ਤੇ ਡਿਪੈਂਡ ਨਹੀਂ ਕਰਦੀ, ਨੇਚਰ ਆਫ ਵਰਕਿੰਗ ਸਬਸਟੈਂਸ, ਕਿ ਤੁਹਾਡਾ ਵਰਕਿੰਗ ਸਬਸਟੈਂਸ ਕਿੱਦਾਂ ਦਾ ਆ ਉਹਦੇ ਨੇਚਰ ਤੇ ਡਿਪੈਂਡ ਨਹੀਂ ਕਰਦੀ। ਇਟ ਡਿਪੈਂਡਸ ਅਪੋਨ ਦਾ ਟੈਂਪਰੇਚਰ ਆਫ ਦਾ ਸੋਰਸ ਐਂਡ ਅ ਸਿੰਕ। ਟੈਂਪਰੇਚਰ T1 ਕਿੰਨਾ ਤੇ ਟੈਂਪਰੇਚਰ T2 ਕਿੰਨਾ ਆ ਉੱਤੇ ਡਿਪੈਂਡ ਕਰਦੀ ਆ। ਨੰਬਰ 2, ਨੋ ਹੀਟ ਇੰਜਨ ਐਗਜ਼ਿਸਟ, ਕੋਈ ਵੀ ਕਹਿੰਦੇ ਹੀਟ ਇੰਜਨ ਐਗਜ਼ਿਸਟ ਨਹੀਂ ਕਰਦੀ ਹੈਜ਼ ਐਫੀਸ਼ੀਐਂਸੀ ਗ੍ਰੇਟਰ ਦੈਨ ਕਾਰਨੋਟ ਹੀਟ ਇੰਜਨ, ਕਿਉਂਕਿ ਬੱਚੇ ਕਾਰਨੋਟ ਨੇ ਹੀਟ ਇੰਜਨ ਨੂੰ ਮੋਡੀਫਾਈ ਕਰ ਦਿੱਤਾ। ਮੋਡੀਫਾਈ ਕਰ ਦਿੱਤਾ ਮਤਲਬ ਇਹਦੀ ਐਫੀਸ਼ੀਐਂਸੀ ਜ਼ਿਆਦਾ ਹੋਏਗੀ ਹੀਟ ਇੰਜਨ ਦੇ ਨਾਲੋਂ। ਇਸ ਕਰਕੇ ਅਸੀਂ ਸੈਕਿੰਡ ਲਿਖ ਦਿੱਤਾ ਕਿ ਕੋਈ ਵੀ ਹੀਟ ਇੰਜਨ ਇੱਦਾਂ ਦਾ ਨਹੀਂ ਆ ਜਿਹਦੀ ਐਫੀਸ਼ੀਐਂਸੀ ਕਾਰਨੋਟ ਹੀਟ ਇੰਜਨ ਦੇ ਨਾਲੋਂ ਗ੍ਰੇਟਰ ਹੋਵੇ।
ਸੋ ਬੱਚੇ ਅਗਰ ਕਾਰਨੋਟ ਥਿਓਰਮ ਤੁਹਾਨੂੰ ਪੁੱਛ ਲਈ ਜਾਵੇ ਤਾਂ ਤੁਸੀਂ ਲਿਖਣੀ ਆ। ਅਗਰ ਇਹ 3 ਮਾਰਕਸ ਦਾ ਕੁਐਸਚਨ ਇੱਕ ਪੂਰਾ ਆਂਦਾ ਹੈ ਕਿ ਐਕਸਪਲੇਨ ਕਾਰਨੋਟ ਹੀਟ ਇੰਜਨ, ਤਾਂ ਤੁਸੀਂ ਥਿਓਰਮ ਉਹਦੇ ਵਿੱਚ ਨਹੀਂ ਲਿਖ ਕੇ ਆਣੀ। ਅਲੱਗ ਤੋਂ ਬੱਚੇ ਅਗਰ ਕੁਐਸਚਨ ਪੁੱਛਿਆ ਜਾਵੇ 1 ਜਾਂ 2 ਮਾਰਕਸ ਦਾ, ਉਦੋਂ ਹੀ ਤੁਸੀਂ ਕਾਰਨੋਟ ਹੀਟ ਇੰਜਨ ਲਿਖ ਕੇ ਆਉਂਗੇ। ਕਲੀਅਰ ਹੋ ਗਿਆ ਜੀ। ਸੋ ਬੱਚੇ ਸਾਡਾ ਇੱਕ ਲਾਸਟ ਟੌਪਿਕ ਰਹਿ ਗਿਆ ਰੈਫਰੀਜਰੇਟਰ। ਸੋ ਅਸੀਂ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਔਰ ਨੈਕਸਟ ਟੌਪਿਕ ਕਰਾਂਗੇ ਅਸੀਂ। ਲਾਸਟ ਟੌਪਿਕ ਹੈ ਰਾਜੇ ਸਾਡਾ ਰੈਫਰੀਜਰੇਟਰ। ਸੋ ਇੱਥੇ ਤੱਕ ਬੱਚੇ ਅਗਰ ਤੁਹਾਨੂੰ ਅੱਛੇ ਤਰੀਕੇ ਨਾਲ ਲੈਕਚਰ ਸਮਝ ਲੱਗ ਰਹੇ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ। ਤੁਹਾਡੇ ਲਾਈਕਸ ਤੋਂ ਕਹਿ ਲਓ ਮੈਨੂੰ ਮੋਟੀਵੇਸ਼ਨ ਮਿਲਦੀ ਆ। ਸੋ ਜਾਂਦੇ ਜਾਂਦੇ ਵੀਡੀਓ ਨੂੰ ਮੈਕਸਿਮਮ ਸ਼ੇਅਰ ਕਰ ਦਿਓ ਆਪਣੀ ਕਲਾਸ ਸਰਕਲ ਤੱਕ, ਤੁਹਾਡੇ ਆਪਣੇ ਫਰੈਂਡ ਸਰਕਲ ਤੱਕ ਜਿਹੜਾ ਆ ਵੀਡੀਓ ਨੂੰ ਸ਼ੇਅਰ ਕਰ ਦਿਓ। ਅਗਰ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਥੈਂਕ ਯੂ ਸੋ ਮਚ।